ਖੇਤੀ ਕਾਨੂੰਨਾਂ ਤੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਕਿਹਾ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਸੀ ਕਾਨੂੰਨ ਦੇਸ਼ ਹਿੱਤ ਦੇ ਵਿੱਚ ਲਏ ਵਾਪਸ ਫਿਰੋਜ਼ਪੁਰ ਵਾਲੀ ਘਟਨਾ ਤੇ ਕੁਝ ਵੀ ਬੋਲਣ ਤੋਂ ਕੀਤਾ ਬਚਾਅ। ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਬੜਤੋੜ ਰੈਲੀਆਂ 14 ਫਰਵਰੀ ਨੂੰ ਜਲੰਧਰ ਤੋਂ ਹੋਵੇਗੀ ਸ਼ੁਰੂਆਤ 16 ਨੂੰ ਪਠਾਨਕੋਟ ਤਾਂ 17 ਨੂੰ ਅਬੋਹਰ ਦੇ ਵਿੱਚ ਭਰਨਗੇ ਚੁਣਾਵੀ ਹੰਕਾਰ। ਮੁੱਖ ਮੰਤਰੀ ਚੰਨੀ ਨੇ ਕੇਂਦਰ ਤੇ ਲਗਾਇਆ ਇਲਜ਼ਾਮ ਨਿਊਜ਼ 18 ਤੇ ਬੋਲੇ ਪੰਜਾਬ ਨੂੰ ਜਾਤ ਪਾਤ ਦੇ ਨਾਂ ਤੇ ਵੰਡਣ ਦੀ ਹੋ ਰਹੀ ਹੈ ਸਾਜ਼ਿਸ਼ ਪੰਜਾਬ 'ਚ ਰਾਸ਼ਟਰਪਤੀ ਰਾਜ ਭਾਜਪਾ ਦਾ ਮਕਸਦ। ਆਮ ਆਦਮੀ ਪਾਰਟੀ ਦਾ ਸੀਐਮ ਚੰਨੀ ਦੀ ਜਾਇਦਾਦ ਤੇ ਵੱਡਾ ਦਾਅਵਾ ਕਿ 170 ਕਰੋੜ ਦੀ ਸੀਐਮ ਚੰਨੀ ਦੀ ਪ੍ਰਾਪਰਟੀ। ਮੁੱਖ ਮੰਤਰੀ ਦਾ ਜਵਾਬ ਭਗਵੰਤ ਮਾਨ ਨੂੰ ਨਹੀਂ ਪੜ੍ਹਨੀ ਆਉਂਦੀ ਗਿਣਤੀ। ਚੋਣ ਪ੍ਰਚਾਰ ਦੇ ਵਿਚਾਲੇ ਮੁੜ ਮਾਤਾ ਦੇ ਦਰ ਤੇ ਨਵਜੋਤ ਸਿੱਧੂ ਕਈ ਪ੍ਰੋਗਰਾਮ ਛੱਡ ਕੇ ਵੈਸ਼ਨੋ ਦੇਵੀ ਦੇ ਲਈ ਹੋਏ ਰਵਾਨਾ। ਨਵਜੋਤ ਕੌਰ ਨੇ ਸਾਂਭੀ ਪ੍ਰਚਾਰ ਦੀ ਕਮਾਨ ਕਿਹਾ ਮਜੀਠੀਆ ਨੂੰ ਹਰਾ ਕੇ ਕਰਾਂਗੇ ਅੰਮ੍ਰਿਤਸਰ ਤੋਂ ਬਾਹਰ। ਸੰਤ ਸਮਾਜ ਦਾ ਵੱਡਾ ਫੈਸਲਾ ਚੋਣਾਂ 'ਚ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ। ਹਰਨਾਮ ਸਿੰਘ ਧੂਮਾ ਬੋਲੇ ਅਕਾਲੀ ਦਲ ਦੀ ਸੰਤ ਸਮਾਜ ਨੂੰ ਵੱਡੀ ਦੇਣ। ਕਾਂਗਰਸ ਸਾਂਸਦ ਜਸਵੀਰ ਡਿੰਪਾ ਦੇ ਭਰਾ ਅਕਾਲੀ ਦਲ 'ਚ ਸ਼ਾਮਿਲ ਸੁਖਬੀਰ ਬਾਦਲ ਬੋਲੇ ਮਾਝੇ 'ਚ ਹਿੱਲੀਆਂ ਕਾਂਗਰਸ ਦੀਆਂ ਜੜ੍ਹਾਂ। ਸੀਐਮ ਬੋਲੇ ਕਾਂਗਰਸ ਨੂੰ ਨਹੀਂ ਪੈਂਦਾ ਫਰਕ। ਪੰਜਾਬ ਦਾ ਚੋਣ ਪ੍ਰਚਾਰ ਛੱਡ ਕੇ ਲੋਕ ਸਭਾ ਪਹੁੰਚੇ ਭਗਵੰਤ ਮਾਨ। ਗੰਨਾ ਕਿਸਾਨਾਂ ਦੇ ਬਕਾਏ ਦਾ ਚੁੱਕਿਆ ਮੁੱਦਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਕਰੇ ਹੱਲ। 26 ਅਪ੍ਰੈਲ ਤੋਂ ਸੀਬੀਐਸਈ ਟਰਮ 2 ਦੇ ਇਮਤਿਹਾਨ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਹੋਣਗੇ ਪੇਪਰ। ਜਲਦ ਡੇਟ ਸ਼ੀਟ ਜਾਰੀ ਕਰੇਗਾ ਸੀਬੀਐਸਈ। ਸਤਿ ਸ਼੍ਰੀ ਅਕਾਲ। ਬਿਗ ਫਾਈਟ ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸੋ ਇਸ ਵਾਰ ਭਾਜਪਾ ਦੀ ਸਭ ਤੋਂ ਪਹਿਲਾਂ ਬੁਲੇਟਿਨ 'ਚ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਪੰਜਾਬ 'ਚ ਵੱਡਾ ਦਾਅ ਲਾਇਆ ਗਿਆ ਤਾਂ ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜੀਆਂ ਜਾ ਰਹੀਆਂ ਨੇ। ਪਰ ਕੈਪਟਨ ਅਮਰਿੰਦਰ ਸਿੰਘ ਔਰ ਢੀਂਡਸਾ ਗਰੁੱਪ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਨੇ। ਸੋ ਚੋਣਾਂ ਤੋਂ ਪਹਿਲਾਂ ਪੀਐਮ ਨਰਿੰਦਰ ਮੋਦੀ ਦਾ ਵੱਡਾ ਇੰਟਰਵਿਊ ਹੋਇਆ। ਉਸ ਦੇ ਵਿੱਚ ਵੱਡੇ ਜਵਾਬ ਦਿੱਤੇ ਗਏ ਨੇ ਪੰਜਾਬ ਨੂੰ ਲੈ ਕੇ। ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਸ਼ਾਂਤੀ ਦੇਣਾ ਚਾਹੁੰਦੇ ਹਾਂ। ਭਾਜਪਾ ਪੰਜਾਬ ਦੇ ਵਿੱਚ ਸਭ ਤੋਂ ਭਰੋਸੇਯੋਗ ਪਾਰਟੀ ਹੈ ਵੀ ਮੋਦੀ ਨੇ ਕਿਹਾ। ਪਹਿਲਾਂ ਦੇ ਮੁਕਾਬਲੇ ਵੱਧ ਮਜ਼ਬੂਤ ਹੋਈ ਹੈ ਭਾਜਪਾ। ਯਾਨੀ ਕਿ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਲਾਇੰਸ ਦੇ ਵਿੱਚ ਸੀ, ਪਰ ਹੁਣ ਦੀ ਗੱਲ ਕਰੀਏ ਤਾਂ ਭਾਜਪਾ ਜ਼ਿਆਦਾ ਮਜ਼ਬੂਤ ਹੋਈ ਹੈ। ਪੀਐਮ ਨਰਿੰਦਰ ਮੋਦੀ ਦਾ ਕਹਿਣਾ ਹੈ। ਉਹਨਾਂ ਕਿਹਾ ਕਿ ਪਹਿਲਾਂ ਅਸੀਂ ਵੀ ਕੁਝ ਸਮਝੌਤੇ ਕੀਤੇ ਜਿਸ ਦਾ ਨੁਕਸਾਨ ਹੋਇਆ। ਯਾਨੀ ਕਿ ਕਿਹੜੇ ਸਮਝੌਤਿਆਂ ਦਾ ਉਹ ਜ਼ਿਕਰ ਕਰ ਰਹੇ ਨੇ ਅਸੀਂ ਭਲੀ ਭਾਂਤੀ ਸਮਝ ਸਕਦੇ ਹਾਂ। ਇਸ ਤੋਂ ਇਲਾਵਾ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਲਿਆਂਦੇ ਗਏ ਸਨ। ਦੇਸ਼ ਹਿੱਤ ਦੇ ਵਿੱਚ ਕਾਨੂੰਨ ਵਾਪਸ ਲਏ ਗਏ ਨੇ। ਕਿਸਾਨਾਂ ਦੇ ਹੱਕ 'ਚ ਲਿਆਂਦੇ ਗਏ ਪਰ ਦੇਸ਼ ਹਿੱਤ 'ਚ ਕਾਨੂੰਨ ਵਾਪਸ ਵੀ ਲਏ ਗਏ। ਇਸ ਤੋਂ ਇਲਾਵਾ ਫਿਰੋਜ਼ਪੁਰ ਮਸਲੇ ਤੇ ਉਹਨਾਂ ਨੇ ਗੱਲ ਕਰੀ ਹੈ ਪਰ ਜ਼ਿਆਦਾਤਰ ਚੁੱਪੀ ਤਾਰੀ ਰੱਖੀ ਔਰ ਕੋਈ ਵੀ ਜਵਾਬ ਇਸ ਤੇ ਨਹੀਂ ਦਿੱਤਾ ਔਰ ਤਰਕ ਵੀ ਦੇ ਦਿੱਤਾ ਕਿ ਫਿਲਹਾਲ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ। ਸੋ ਮੇਰੇ ਜਵਾਬ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਸੋ ਇਹ ਸਭ ਜਵਾਬ देते हुए पीएम नरेंद्र मोदी नजर आए। किसानों के दिल जीतने के लिए निकला हुआ इंसान हूं। मैं छोटे किसानों का दर्द समझता हूं और मैंने हमेशा उनके दिल जीतने का प्रयास किया है और हिंदुस्तान भर के किसानों का मैंने दिल जीता भी है, मेरा साथ दिया है, समर्थन किया है। लेकिन मैंने कहा था, उस दिन भी कहा था टीवी में कि मैंने किसानों की भलाई के लिए कदम उठाए, लेकिन आज देश के हित में मैं वापस कर रहा हूं। मैं समझता हूं इसको अधिक विस्तार मुझे करने की जरूरत नहीं है। बाद के घटनाक्रमों से पता चलेगा कि क्यों जरूरत पड़ी थी। आज भारतीय जनता पार्टी सबसे अधिक विश्वसनीय पार्टी के रूप में पंजाब में उभरी है। आपने देखा होगा बहुत बड़े वरिष्ठ लोग, समाज जीवन के वरिष्ठ लोग जिनका राजनीति से लेना देना नहीं थे, वैसे बहुत बड़ी मात्रा में पिछले दिनों भारतीय जनता पार्टी ज्वाइन किया है। फिर जो राजनीति के बहुत बड़े महारथी हैं, ऐसे लोगों ने भी अपने पुराने दल छोड़ करके भारतीय जनता पार्टी टिकट दे या ना दे, लेकिन भारतीय जनता पार्टी पंजाब के स्थिरता के लिए, पंजाब के विकास के लिए, पंजाब की शांति के लिए बहुत जरूरी है और इसलिए पंजाब में भारतीय जनता पार्टी का शासन बनना चाहिए। आज पंजाब से आवाज उठी है। इस विषय में मैंने पूरी तरह मौन रखा हुआ है क्योंकि सुप्रीम कोर्ट स्वयं इसको गंभीरतापूर्वक इस बात को देख रही है। मेरा कोई भी वाक्य
पूरी जो चल रहा है उस पर प्रभाव पैदा करे, यह उचित नहीं है। जो भी है सुप्रीम कोर्ट के द्वारा जांच कमेटी निकालेगी, जो सत्य होगा देश के सामने आएगा। हिंदुस्तान में भ्रष्टाचार ये दीमक की तरह देश को परेशान कर रहा है कि नहीं कर रहा है? ऐसे लोगों के खिलाफ हर जनता ने हर बार आवाज उठाई कि नहीं उठाई है? अगर मैं कुछ न करूं तो जनता मुझे माफ करेगी क्या? जहां से भी सरकार को जानकारी मिलेगी, सरकार ने कदम उठाना चाहिए कि नहीं उठाना चाहिए? और कदम उठाने के बाद अगर देश के खजाने में अरबों खरबों रुपये आ रहे हैं तो मेरी तारीफ होनी चाहिए। अच्छा, चुनाव के समय हिंदुस्तान में हर बार चुनाव चलता रहता है भाई। तो ਅੱਗੇ ਵਧਦੇ ਹਾਂ ਔਰ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ। ਪੰਜਾਬ ਦੀ ਸਿਆਸਤ ਚੋਣਾਂ ਤੋਂ ਪਹਿਲਾਂ ਕਈ ਮੁੱਦਿਆਂ ਦੇ ਦੁਆਲੇ ਘੁੰਮ ਰਹੀ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਮੁੱਦਾ ਅਸਲ ਆਮ ਆਦਮੀ ਕੌਣ ਹੈ ਇਹ ਵੀ ਬਣਿਆ ਹੋਇਆ ਹੈ। ਸੋ ਮੁੱਖ ਮੰਤਰੀ ਚੰਨੀ ਦੀ ਆਮਦਨ ਦੇ ਮੁੱਦੇ ਤੇ ਹੁਣ ਸਿਆਸਤ ਹੋਰ ਪੱਕ ਗਈ ਹੈ। ਰਾਹੁਲ ਗਾਂਧੀ ਹੋਰੀ ਅਰਬਾਂ 'ਚ ਨੇ, ਉਹਨਾਂ ਨੂੰ 170 ਕਰੋੜਾ ਗਰੀਬ ਹੀ ਲੱਗਦਾ ਹੋਣਾ ਵੀ ਵਿਚਾਰੇ ਕੋਲੇ ਹਜੇ 170 ਕਰੋੜ ਹੀ ਹੈ। ਭਗਵੰਤ ਮਾਨ ਦੇ ਇੱਕ ਬਿਆਨ ਨੇ ਪੰਜਾਬ ਦੀ ਸਿਆਸਤ ਦਾ ਰੁਖ ਮੋੜ ਦਿੱਤਾ ਹੈ। ਇਹ ਬਿਆਨ ਮੁੱਖ ਮੰਤਰੀ ਚੰਨੀ ਦੀ ਜਾਇਦਾਦ ਨੂੰ ਲੈ ਕੇ ਦਿੱਤਾ ਗਿਆ। ਚੰਨੀ ਜੋ ਖੁਦ ਨੂੰ ਗਰੀਬ ਅਤੇ ਆਮ ਆਦਮੀ ਕਹਿੰਦੇ ਨੇ, ਭਗਵੰਤ ਮਾਨ ਉਹਨਾਂ ਨੂੰ ਕਰੋੜਾਂ ਦਾ ਮਾਲਕ ਦੱਸ ਰਹੇ ਨੇ। ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ 170 ਕਰੋੜ ਦਾ ਮਾਲਕ ਕਹਿੰਦਿਆਂ ਸਵਾਲ ਕੀਤਾ ਹੈ ਕਿ ਕਰੋੜਾਂ ਦਾ ਮਾਲਕ ਗਰੀਬ ਕਿਵੇਂ ਹੋ ਸਕਦਾ ਹੈ। ਸ਼ਾਇਦ ਰਾਹੁਲ ਗਾਂਧੀ ਵਾਸਤੇ ਉਹ ਗਰੀਬ ਹੈ, ਕਿਉਂਕਿ ਰਾਹੁਲ ਗਾਂਧੀ ਹੋਰੀ ਅਰਬਾਂ 'ਚ ਨੇ, ਉਹਨਾਂ ਨੂੰ 170 ਕਰੋੜਾ ਗਰੀਬ ਹੀ ਲੱਗਦਾ ਹੋਣਾ ਵੀ ਵਿਚਾਰੇ ਕੋਲੇ ਹਜੇ 170 ਕਰੋੜ ਹੀ ਹੈ। ਪਰ ਜਿੰਨਾ ਗਰੀਬ ਵਿਅਕਤੀਆਂ ਨੂੰ ਉਹ ਰੀਪ੍ਰੈਜ਼ੈਂਟ ਕਰਦਾ ਹੈ, ਐਸਸੀ ਭਾਈਚਾਰੇ ਨੂੰ, ਉਹਨਾਂ ਦੇ ਘਰਾਂ 'ਚ ਜਾ ਕੇ ਦੇਖਿਆ ਕਦੇ ਉਹਨੂੰ? ਮਾਨ ਦੇ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਚੰਨੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਵਿਰੋਧੀ ਮੁੱਖ ਮੰਤਰੀ ਨੂੰ ਗਰੀਬ ਮੰਨਣ ਤੋਂ ਇਨਕਾਰ ਕਰ ਰਹੇ ਨੇ। ਵਿਰੋਧੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਚੰਨੀ ਵਰਗੇ ਗਰੀਬ ਘਰ ਘਰ ਹੋਣ ਤਾਂ ਪੰਜਾਬ ਨੂੰ ਕਿਸੇ ਤੋਂ ਕੁਝ ਮੰਗਣ ਦੀ ਲੋੜ ਹੀ ਨਾ ਪਵੇ। 170 ਕਰੋੜ ਦਾ ਮਾਲਕ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ, ਜਿਨ ਕੋ 170 ਕਰੋੜ ਰੁਪਏ ਨੇ, ਉਹਨੂੰ ਰਾਹੁਲ ਗਾਂਧੀ ਜੀ ਗਰੀਬ ਕਹਿ ਰਹੇ। ਇਹ ਜੀ ਗਰੀਬੀ, ਚੰਨੀ ਵਰਗੀ ਗਰੀਬੀ ਰਾਹੁਲ ਗਾਂਧੀ ਸਾਰੇ ਦੇਸ਼ ਨੂੰ ਦੇ ਦੇਵੇ ਕਿ ਕੋਈ ਗਰੀਬ ਰਹਿ ਨਾ ਜਾਵੇ ਜਿਹਦੇ ਕੋਲੋਂ 10-10 ਕਰੋੜ ਲੱਭੇ। ਵਿਰੋਧੀਆਂ ਨੇ ਨਿਸ਼ਾਨੇ ਲਾਏ ਤਾਂ ਮੁੱਖ ਮੰਤਰੀ ਚੰਨੀ ਕਿੱਥੇ ਚੁੱਪ ਬੈਠਣ ਵਾਲੇ ਸੀ। ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਨੂੰ ਅਨਪੜ੍ਹ ਕਿਹਾ ਅਤੇ ਆਪਣੀ ਜਾਇਦਾਦ ਬਾਰੇ ਵੱਡਾ ਦਾਅਵਾ ਵੀ ਕੀਤਾ। ਇਹ ਭਗਵੰਤ ਮਾਨ ਅਨਪੜ੍ਹ ਬੰਦਾ ਹੈ, ਉਹਨੂੰ ਕਹੋ ਮੇਰਾ ਐਫੀਡੇਵਿਟ ਪੜ੍ਹੇ ਕਿ ਮੈਂ ਕਿੰਨੇ ਪੈਸੇ ਲਿਖੀ ਹੈ ਕਿ ਮੇਰੀ ਕਿੰਨੀ ਜਾਇਦਾਦ ਹੈ। ਐਫੀਡੇਵਿਟ ਦਿੱਤਾ ਇਲੈਕਸ਼ਨ ਕਮਿਸ਼ਨ ਨੂੰ, ਉਹ 101 ਕਰੋੜ 69 ਲੱਖ ਨੂੰ 169 ਕਰੋੜ ਪੜ੍ਹਦਾ ਹੈ। ਹੁਣ ਇਸ ਉਮਰ 'ਚ ਮੈਂ ਉਹਨੂੰ ਪੜ੍ਹਾ ਨਹੀਂ ਸਕਦਾ। ਕੌਣ ਗਰੀਬ ਕੌਣ ਅਮੀਰ ਮੁੱਦਾ ਇਹ ਨਹੀਂ। ਮੁੱਦਾ ਇਹ ਵੀ ਨਹੀਂ ਕਿ 170 ਕਰੋੜ ਹੈ ਜਾਂ ਫਿਰ 1 ਕਰੋੜ 70 ਲੱਖ। ਮੁੱਦਾ 3.25 ਕਰੋੜ ਪੰਜਾਬੀਆਂ ਦਾ ਹੈ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ, ਨਸ਼ਿਆਂ ਤੋਂ ਨਿਜਾਤ, ਬੇਰੁਜ਼ਗਾਰੀ ਤੋਂ ਮੁਕਤੀ, ਅਜਿਹੇ ਵੱਡੇ ਛੋਟੇ ਮਸਲਿਆਂ ਦਾ ਹੱਲ ਚਾਹੀਦਾ ਹੈ। ਮੁੱਦਾ ਬਸ ਇੰਨਾ ਕੁ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਹੁਣ ਅੱਗੇ ਵਧਦੇ ਹਾਂ ਔਰ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ। ਹਰਸਿਮਰਤ ਕੌਰ ਬਾਦਲ ਨੇ ਖੰਨਾ ਹਲਕੇ ਦੇ ਵਿੱਚ ਅਕਾਲੀ ਉਮੀਦਵਾਰ ਜਸਦੀਪ ਕੌਰ ਯਾਦੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਹਰਸਿਮਰਤ ਨੇ ਕਈ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਦੇ ਨਿਸ਼ਾਨੇ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਰਹੇ। ਹਰਸਿਮਰਤ ਨੇ ਕਿਹਾ ਕਿ ਕਾਂਗਰਸ ਨੇ ਉਸ ਸ਼ਖਸ ਨੂੰ ਆਪਣਾ ਸੀਐਮ ਚਿਹਰਾ ਬਣਾਇਆ ਜਿਸ ਨੇ ਮਾਈਨਿੰਗ ਚੋਂ ਚੋਰੀ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ। ਇਸ ਲਈ ਸੂਬੇ ਨੂੰ ਬਚਾਉਣ ਦੇ ਲਈ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਲਿਆਉਣੀ ਜ਼ਰੂਰੀ ਹੈ। ਨੂੰ ਐਲਾਨ ਦਿੱਤਾ ਹੈ ਤਾਂ ਇੰਪੈਕਟ ਤਾਂ ਤੁਸੀਂ ਆਪ ਦੇਖ ਲਓ। 1 ਲੱਖ ਕਰੋੜ ਦਾ ਕਰਜ਼ਾ ਚਾੜ ਗਏ ਨੇ ਪੰਜਾਬ ਦੇ ਉੱਤੇ 5 ਸਾਲਾਂ ਦੇ ਅੰਦਰ। ਕਿਸੇ ਵਰਗ ਨੂੰ ਕੋਈ ਸਹੂਲਤ ਨਹੀਂ ਦਿੱਤੀ, ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ। ਰੇਤਾ ਵੇਚ ਕੇ ਖਾ ਗਏ, ਬਦਲੀ ਟ੍ਰਾਂਸਫਰ ਤੱਕ ਖਾ ਗਏ, ਵੈਕਸੀਨ ਦੇ ਪੈਸੇ ਖਾ ਗਏ, ਰਾਸ਼ਨ ਦੇ ਪੈਸੇ ਖਾ ਗਏ, ਵਜੀਫੇ ਖਾ ਗਏ, ਸਭ ਕੁਝ ਤੱਕ ਛੱਕ ਕੇ ਪੰਜਾਬ ਨੂੰ ਤਾਂ ਖੋਖਲਾ ਕਰਕੇ ਚਲੇ ਗਏ। ਹੁਣ ਕੀ ਇੰਪੈਕਟ ਹੈ? ਹੁਣ ਤਾਂ ਇੰਪੈਕਟ ਦੇਖਣਾ ਪਊਗਾ ਕਿ ਜਿਹੜਾ ਪਾਣੀ ਚੋਰ ਦਿੱਲੀ ਤੋਂ ਆਇਆ ਹੈ, ਪਾਣੀ ਪੰਜਾਬ ਦਾ ਪਾਣੀ ਲੁੱਟਣ ਵਾਸਤੇ,
ਜਿਹੜਾ ਕੇਜਰੀਵਾਲ ਕਹਿੰਦਾ ਥਰਮਲ ਬੰਦ ਕਰੋ, ਕਿਸਾਨਾਂ ਨੂੰ ਕਰੋੜ ਰੁਪਇਆ ਪਰਾਲੀ ਪਾਓ। ਹੁਣ ਇਸ ਚੋਰ ਤੋਂ ਬਚਣ ਦੀ ਲੜਾਈ ਹੈ ਤੇ ਕਾਂਗਰਸੀ ਸਾਰੀ ਆਪਣੀ ਵੋਟ ਰਲੀ ਮਿਲੀ ਲੜਾਈ ਜਿਹੜੇ ਲੜਦੇ ਨੇ, ਹੁਣ ਕਾਂਗਰਸੀ ਆਪਣੀ ਵੋਟ ਆਮ ਆਦਮੀ ਨੂੰ ਟ੍ਰਾਂਸਫਰ ਕਰ ਰਹੇ ਨੇ। ਜਿਵੇਂ 2017 'ਚ ਦੋਨਾਂ ਨੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਭੰਡਿਆ, ਝੂਠੇ ਇਲਜ਼ਾਮ ਲਾਏ ਤੇ ਦੂਜੇ ਪਾਸੇ ਲਾਰੇ ਲਾਏ ਤੇ ਇੱਕ ਦੀ ਸਰਕਾਰ ਬਣ ਗਈ, ਦੂਜੀ ਵਿਰੋਧੀ ਧਿਰ ਬਣ ਗਈ ਤੇ ਰਲ ਮਿਲ ਕੇ ਇਹਨਾਂ ਨੇ 5 ਸਾਲ ਚਲਾਏ ਨੇ। ਇਸੇ ਤਰ੍ਹਾਂ ਹੁਣ ਰਲੀ ਮਿਲੀ ਇਹ ਲੜ ਰਹੇ ਨੇ, ਇਹਨਾਂ ਦੇ 11 ਬੰਦੇ ਤਾਂ ਭੱਜ ਗਏ ਕਾਂਗਰਸ ਵਿੱਚ। ਹੁਣ ਕਾਂਗਰਸੀ ਆਮ ਆਦਮੀ ਦੇ ਕੈਂਡੀਡੇਟ ਬਣ ਰਹੇ ਨੇ ਤੇ ਆਮ ਆਦਮੀ ਦੇ ਕੈਂਡੀਡੇਟ ਕਾਂਗਰਸ ਦੀਆਂ ਹੁਣ ਵੋਟਾਂ ਪਾ ਕੇ ਮਦਦ ਕਰ ਰਹੇ ਨੇ। ਤਾਂ ਉਧਰ ਲੰਬੀ ਦੇ ਵਿੱਚ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਣਾ ਨੇ ਚੋਣ ਮੁਹਿੰਮ ਪਖਾਈ ਹੋਈ ਹੈ। ਉਹਨਾਂ ਨੇ ਘਰ ਘਰ ਜਾ ਕੇ ਆਪਣੇ ਲਈ ਪ੍ਰਚਾਰ ਕੀਤਾ ਤੇ ਕਈ ਚੋਣ ਜਲਸਿਆਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਸੂਬੇ 'ਚ ਮੁੜ ਤੋਂ ਕਾਂਗਰਸ ਸਰਕਾਰ ਬਣਨ ਦਾ ਦਾਅਵਾ ਵੀ ਠੋਕਿਆ। ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਦੁਬਾਰਾ ਬਣਨਾ ਔਰ ਕਾਂਗਰਸ ਪਾਰਟੀ ਦਾ ਐਲਾਨਣਾ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਕੈਂਡੀਡੇਟ ਮੈਂ ਸਮਝਦਾ ਇੱਕ ਬਹੁਤ ਵਧੀਆ ਫੈਸਲਾ ਹੈ ਔਰ ਆਮ ਲੋਕਾਂ ਦੇ ਵਿੱਚ ਖਾਸ ਕਰਕੇ ਗਰੀਬ ਵਰਗ ਦੇ ਵਿੱਚ ਇਹ ਮਹਿਸੂਸ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੇ ਉਹਨਾਂ ਦੀ ਉਹ ਸਾਰ ਲਈ ਹੈ ਜੋ ਕਾਂਗਰਸ ਪਾਰਟੀ ਨੇ ਹਮੇਸ਼ਾ ਗਰੀਬ ਵਰਗ ਨੇ, ਮੈਨੂੰ ਇਸ ਕਰਕੇ ਪਤਾ ਹੈ ਕਿਉਂਕਿ ਮੈਂ ਇਸ ਹਲਕੇ ਨੂੰ ਜਾਣਦਾ ਔਰ ਇੱਥੇ ਦਬਾਅ ਹੁੰਦਾ ਸੀ ਤੇ ਜਿਹੜੀ ਵੋਟ ਹੁੰਦੀ ਸੀ ਸਾਨੂੰ ਕਾਂਗਰਸ ਪਾਰਟੀ ਨੂੰ ਵੋਟ ਪੈਂਦੀ ਸੀ ਉਹ ਗਰੀਬ ਦੀ ਪੈਂਦੀ ਸੀ। ਅੱਜ ਗਰੀਬ ਨੂੰ ਕਾਂਗਰਸ ਪਾਰਟੀ ਨੇ ਉਹਦਾ ਹੱਕ ਦਿੱਤਾ ਹੈ। ਬੇਸ਼ੱਕ ਜਿਹੜਾ ਹਲਕਾ ਜਿਹੜਾ ਲੰਬੀ ਹੈਗਾ ਪੰਜਾਬ ਦੀ ਹੋਰ ਸੀਟ ਮੰਨਿਆ ਜਾਂਦਾ ਹੈਗਾ, ਕੀ ਲੱਗਦਾ ਕਿ ਵੀ ਜੇਕਰ ਕਾਂਗਰਸ ਸਰਕਾਰ ਇੱਥੋਂ ਮਜ਼ਬੂਤ ਹੁੰਦੀ ਹੈ ਤੇ ਚੰਨੀ ਦੇ ਹੱਥ ਮਜ਼ਬੂਤ 200% ਕਾਂਗਰਸ ਇੱਥੋਂ ਮਜ਼ਬੂਤ ਹੋਊਗੀ ਔਰ ਚੰਨੀ ਸਾਹਿਬ ਦੇ ਹੱਥ ਮਜ਼ਬੂਤ ਹੋਣਗੇ। ਸੋ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਚਰਨਜੀਤ ਚੰਨੀ ਹੋਰਾਂ ਦੀ। ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਮੁੱਖ ਮੰਤਰੀ ਚੰਨੀ ਕ੍ਰਿਕਟ ਦੇ ਮੈਦਾਨ ਦੇ ਵਿੱਚ ਨਿਤਰੇ, ਬੱਲਾ ਵੀ ਘੁਮਾਇਆ ਅਤੇ ਆਊਟ ਕਰਨ ਵਾਲੇ ਲਈ 5000 ਦਾ ਇਨਾਮ ਵੀ ਐਲਾਨ ਦਿੱਤਾ। ਵੇਖਦੇ ਹਾਂ ਰਿਪੋਰਟ। ਮਾਲਵਾ ਖੇਤਰ ਦੇ ਭਦੌੜ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਤਾਂ ਸੀ ਵੋਟਾਂ ਮੰਗਣ, ਪਰ ਵੋਟਾਂ ਮੰਗਣ ਦੌਰਾਨ ਪਿੰਡ ਵਿੱਚ ਹੀ ਇੱਕ ਟੂਰਨਾਮੈਂਟ ਦੇ ਵਿੱਚ ਬੱਲਾ ਚੁੱਕ ਲਿਆ। ਕੁਝ ਗੇਂਦਾਂ ਖੇਡਣ ਤੋਂ ਬਾਅਦ ਹੀ ਚੰਨੀ ਨੇ ਗੇਂਦਬਾਜ਼ਾਂ ਨੂੰ ਚੁਣੌਤੀ ਵੀ ਦੇ ਦਿੱਤੀ। चन्नी साहब डिफेंड कर रहे हैं। करूंगा 5000 रुपया नाम है 6 बल्ला। ओ 5000 का इनाम घोषित कर दिया, 5000 का इनाम घोषित कर दिया। क्या हो रहा है? 6 बल्ला आउट करना। ਜੇਕਰ ਇੱਕ ਓਵਰ ਯਾਨੀ 6 ਗੇਂਦਾਂ ਤੇ ਕਿਸੇ ਨੇ ਆਊਟ ਕਰ ਦਿੱਤਾ ਤਾਂ 5000 ਦਾ ਇਨਾਮ। ਚੰਨੀ ਵਿਕਟ ਤੇ ਡਿਫੈਂਸਿਵ ਸੀ, ਇੱਕ ਤੋਂ ਬਾਅਦ ਇੱਕ ਗੇਂਦ ਅਤੇ ਬਾਰ-ਬਾਰ ਡਿਫੈਂਸਿਵ ਸਟ੍ਰੋਕ। ਇੱਕ ਦੋ ਬਾਲ ਮਿਸ ਵੀ ਕੀਤੀਆਂ ਤੇ ਕੁਝ ਵਾਈਡ ਵੀ ਹੋਈਆਂ, ਪਰ ਆਊਟ ਨਹੀਂ ਹੋਏ। मुख्यमंत्री चरणजीत सिंह चन्नी भदौर चुनाव क्षेत्र में है, यहाँ से चुनाव मैदान में है और क्रिकेट के मैदान में भी अपना जौहर दिखा रहे हैं। एक टूर्नामेंट का उद्घाटन करने पहुंचे और देखिए डिफेंड किया है, बेहतरीन डिफेंड किया है और बार बार बल्लेबाजों से कह रहे हैं कि बॉल फेंकिए, एक के बाद एक बॉल फेंकवा रहे हैं और उस पे अपनी जो क्रिकेट का कौशल है उसे दिखा रहे हैं। चुनावी तौर पे क्या होता है वो तो आने वाले वक्त में पता चलेगा, कितने रन लगाएंगे। ਚੋਣ ਮਾਹੌਲ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੱਲੇਬਾਜ਼ੀ ਮਗਰੋਂ ਚੁਣਾਵੀ ਚੌਕਾ ਮਾਰਨ ਤੋਂ ਵੀ ਨਹੀਂ ਹਟੇ। ਐਲਾਨ ਕਰ ਦਿੱਤਾ ਕਿ ਇੱਥੇ ਜਿਹੜਾ ਵੀ ਮੁਕਾਬਲਾ ਹੋਵੇਗਾ ਅਗਲੇ 5 ਸਾਲਾਂ ਤੱਕ ਪਹਿਲਾ ਇਨਾਮ ਉਹਨਾਂ ਦੇ ਵੱਲੋਂ ਦਿੱਤਾ ਜਾਵੇਗਾ। ਜਿਹੜਾ ਭਦੌੜ ਹਲਕਾ ਇੱਥੇ ਕੋਈ ਟੂਰਨਾਮੈਂਟ ਹੋਵੇ ਅੱਗੇ ਵਾਸਤੇ 5 ਸਾਲ ਵਾਸਤੇ ਤਾਂ ਉਹਦਾ ਪਹਿਲਾ ਇਨਾਮ ਮੈਂ ਦਿਆ ਕਰਾਂ। ਦਰਅਸਲ ਚਮਕੌਰ ਸਾਹਿਬ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਵੀ ਚੋਣ ਮੈਦਾਨ ਵਿੱਚ ਨੇ। ਭਦੌੜ ਵਿੱਚ ਕਾਂਗਰਸ ਪਿਛਲੀ ਵਾਰੀ ਦੂਜੇ ਨੰਬਰ ਤੇ ਸੀ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਕਾਂਗਰਸ ਵਿੱਚ ਨੇ ਤੇ ਕਾਂਗਰਸ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ ਇੱਕ ਵਾਰੀ ਭਦੌੜ ਜਿੱਤਣ ਵਿੱਚ ਕਾਮਯਾਬ ਰਹੀ ਹੈ। ਚੰਨੀ ਦਾ ਦਾਅਵਾ ਹੈ ਕਿ ਕਾਂਗਰਸ ਇਸ ਵਾਰੀ ਭਦੌੜ ਨੂੰ ਜਿੱਤੇਗੀ। ਆ ਦੇਖੋ ਤੁਹਾਡੇ ਸਾਹਮਣੇ ਕਰਤਾ ਰਿਹਾ, ਹਰ ਕਿਸੇ ਨੂੰ ਮਿਲ ਰਿਹਾ, ਕੋਈ ਜਿੱਤਦੇ ਨਹੀਂ ਹੈ। ਮੈਂ ਲੋਕਾਂ ਦਾ ਬੰਦਾ, ਲੋਕਾਂ ਵਿੱਚ ਰਹਿੰਦਾ। ਸਿਆਸੀ ਪਿੱਚ ਤੇ ਚਰਨਜੀਤ ਸਿੰਘ ਚੰਨੀ ਹੁਣ ਤੱਕ ਕਾਮਯਾਬ ਰਹੇ ਨੇ। ਭਦੌੜ ਸਣੇ ਪੰਜਾਬ ਦੀ ਪੂਰੇ ਚੋਣ ਪਿੱਚ ਤੇ ਕੀ ਇਤਿਹਾਸ ਬਦਲਦੇ ਨੇ, ਇੰਤਜ਼ਾਰ 10 ਮਾਰਚ ਦਾ ਹੈ। ਦਿੱਲੀ ਤੋਂ ਨੀਰਜ ਕੁਮਾਰ, ਨਿਊਜ਼ 18 ਪੰਜਾਬ। ਤਾਂ ਚਰਨਜੀਤ ਚੰਨੀ ਸਿਰਫ ਕ੍ਰਿਕਟ ਦੇ ਮੈਦਾਨ 'ਚ ਨਜ਼ਰ ਨਹੀਂ ਆਏ, ਬਲਕਿ ਬਜ਼ੁਰਗਾਂ ਦੇ ਨਾਲ ਬੈਠ ਕੇ ਤਾਸ਼ ਦੀ ਬਾਜ਼ੀ ਵੀ ਲਾਉਂਦੇ ਨਜ਼ਰ ਆਏ ਸੀ। ਸੋ ਫਿਲਹਾਲ ਇਹਨਾਂ ਤਸਵੀਰਾਂ ਦੇ ਨਾਲ ਹੀ ਬੁਲੇਟਿਨ ਦੇ ਵਿੱਚ ਇੰਨਾ ਹੀ ਸੀ। ਵੇਖਦੇ ਰਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ।